ਬਿਲਕੁਲ ਇੰਡੀਆ ਦਾ ਬॉयकॉट ਕਰਨਾ ਹੀ ਇੱਕ ਚੰਗਾ ਫੈਸਲਾ ਹੋਏਗਾ ਜਿਹੜੇ ਹਾਲਾਤ ਚੱਲਦੇ ਪਏ। ਯੂਸਫ ਸਾਹਿਬ ਥੋੜੀ ਜੀ ਹਾਕੀ ਦੀ ਅਸੀਂ ਗੱਲ ਕਰ ਲਈਏ ਕਿ ਤੁਹਾਨੂੰ ਪਤਾ ਹੈ ਪ੍ਰੋ ਲੀਗ ਦਾ ਪਹਿਲਾ ਮਰਹਲਾ ਅਰਜਨਟਾਈਨ ਵਿੱਚ ਸਾਡਾ ਫਲॉप ਰਿਹਾ, ਖਿਲਾੜੀ ਪਰਫਾਰਮ ਨਹੀਂ ਕਰ ਸਕੇ ਤੇ ਹੁਣ ਨਵਾਂ ਮਸਲਾ ਆ ਗਿਆ ਕਿ ਜੇ ਹੁਣ ਆਸਟ੍ਰੇਲੀਆ ਜਾਣ ਵਾਸਤੇ ਖਿਲਾੜੀਆਂ ਨੂੰ ਵੀਜ਼ੇ ਨਹੀਂ ਲੱਭੇ ਤੇ ਪਹਿਲੇ ਫੰਡਸ ਦੀ ਕਮੀ ਸੀ, ਇੰਤਜ਼ਾਮੀ ਮਸਾਇਲ ਸੀ, ਹੁਣ ਨਵਾਂ ਮਸਲਾ ਸਾਡੇ ਸਰ ਦੇ ਉੱਤੇ ਆ ਗਿਆ ਤੇ ਇੰਨੀ ਅਨਪ੍ਰੋਫੈਸ਼ਨਲਿਜ਼ਮ ਕਿਉਂ ਹੈਗੀ ਸਾਡੀ ਫੈਡਰੇਸ਼ਨ ਵਿੱਚ? ਮੁਫਾਦ ਵਜੇ ਵੀ ਮੈਂ ਉਹਨੂੰ ਕ੍ਰਿਕਟ ਜਿਹੜੀ ਹਾਕੀ ਫੈਡਰੇਸ਼ਨ ਹੈਗੀ ਹੈ ਇਹਦੇ ਦਫ਼ਤਰ ਦੇ ਬਾਹਰ ਹੀ ਖੜਾ, ਅੰਦਰ ਜਿਹੜੀ ਉਹਨਾਂ ਦੇ ਕੋਚਸ ਨੇ ਉਹ ਬੈਠੇ ਨੇ, ਮੁੰਡੇ ਵੀ ਇੱਥੇ ਮੌਜੂਦ ਹੈ ਨੇ ਤੇ ਸਭ ਨੂੰ ਇੰਤਜ਼ਾਰ ਹੈ ਕਿ ਸਾਨੂੰ ਆਸਟ੍ਰੇਲੀਆ ਦੇ ਵੀਜ਼ੇ ਮਿਲ ਜਾਣ। ਇਹ ਬਦਕਿਸਮਤੀ ਹੈਗੀ ਹੈ ਕਿ ਜਿਹੜੇ ਸਾਡੇ ਆਪਣਾ PHF ਦੇ ਲੋਕ ਹੈ ਨੇ, ਜਿਹੜੇ ਉਹਨਾਂ ਦੀ ਜ਼ਿੰਮੇਵਾਰੀਆਂ ਜਿਨ੍ਹਾਂ ਨੂੰ ਦਿੱਤੀਆਂ ਜਾਂਦੀਆਂ ਨੇ ਉਹ ਬਰ ਵਕਤ ਆਪਣਾ ਚੀਜ਼ਾਂ ਨਹੀਂ ਕਰਦੇ ਨੇ। ਇਸ ਵਾਰੀ ਤੋਂ ਨਵਾਂ ਇੱਕ ਇਸ਼ੂ ਬਣਿਆ ਕਿ ਜਿਹੜੀ ਅਸੀਂ ਵੀਜ਼ਾ ਫਾਰਮ ਭੇਜੇ ਸਨ ਆਸਟ੍ਰੇਲੀਅਨ ਐਮਬੈਸੀ ਉਹਦੇ 'ਚ ਤੁਹਾਨੂੰ ਪਤਾ ਕਿ ਜਦੋਂ ਤੁਸੀਂ ਵੀਜ਼ਾ ਅਪਲਾਈ ਕਰਦੇ ਹੋ ਉਹਦੇ 'ਚ ਮੁਖਤਲਿਫ ਕੈਟਾਗਰੀਜ਼ ਹੁੰਦੀਆਂ ਨੇ ਕਿ ਤੁਸੀਂ ਕਿਹੜੀ ਕੈਟਾਗਰੀ 'ਚ ਆਪਣਾ ਵੀਜ਼ਾ ਐਪਲੀਕੇਸ਼ਨ ਜਮ੍ਹਾਂ ਕਰਵਾ ਰਹੇ ਹੋ। ਉਹ ਕੈਟਾਗਰੀ ਇਹਨਾਂ ਨੇ ਸਪੋਰਟਸ ਲਿਖਤੀ ਹੈਗੀ ਸੀ, ਇਹਨਾਂ ਨੂੰ ਲਿਖਣਾ ਸੀ ਵਿਜ਼ਿਟ ਉੱਥੇ, ਕਿਉਂਕਿ ਹਰ ਕੈਟਾਗਰੀ ਦੀ ਆਪਣੀ ਆਪਣੀ ਅਲੱਗ-ਅਲੱਗ ਰਿਕੁਆਇਰਮੈਂਟ ਨੇ ਡਾਕੂਮੈਂਟ, ਤੇ ਉਹਦੇ ਲਈ ਇਨਕੇ ਥੋੜਾ ਜਿਹਾ ਮਸਲਾ ਬਣਿਆ। ਕੱਲ ਪਾਕਿਸਤਾਨ ਟੀਮ ਦੀ ਫਲਾਈਟ ਸੀ ਤੈ, ਟਿਕਟਾਂ ਸਾਰੀਆਂ ਬੁੱਕ ਸਨ, ਮੁੰਡੇ ਇੱਥੇ ਪਹੁੰਚਣਾ ਸ਼ੁਰੂ ਹੋ ਗਏ ਸੀ ਤੇ ਸ਼ਾਮੀ ਜਾ ਕੇ ਉਹਨਾਂ ਨੂੰ ਦੱਸਿਆ ਗਿਆ ਕਿ ਅਜੇ ਤੁਹਾਡੇ ਵੀਜ਼ੇ ਨਹੀਂ ਆਏ ਨੇ ਤੇ ਹੁਣ ਅਸੀਂ 5 ਫਰਵਰੀ ਦੀ ਬੁਕਿੰਗ ਕਰਵਾਈ ਹੈ ਟੀਮ ਦੀ ਰਵਾਨਗੀ ਦੇ ਹਵਾਲੇ ਨਾਲ। ਤੇ PHF ਦੇ ਹੁਕਮ ਨਾਲ ਗੱਲ ਹੋਈ, ਉਹਨਾਂ ਨੇ ਕਿਹਾ ਸਾਡਾ ਰਾਬਤਾ ਹੈ ਆਸਟ੍ਰੇਲੀਅਨ ਹਾਈ ਕਮਿਸ਼ਨ ਨਾਲ, ਰਾਬਤੇ ਨਾਲ ਉਹਨਾਂ ਨਾਲ ਅਸੀਂ ਉਹਨਾਂ ਨਾਲ ਲੱਗੇ ਹੋਏ ਹਾਂ, ਸਾਨੂੰ ਯਕੀਨ ਹੈ ਕਿ ਅੱਜ ਜਾਂ ਕੱਲ ਲਾਜ਼ਮੀ ਵੀਜ਼ੇ ਮਿਲ ਜਾਣਗੇ। ਇਹ ਕਿਉਂਕਿ ਅਗਰ ਟੀਮ ਬਰ ਵਕਤ ਮੁਕਰਰਾ ਜਿਹੜਾ ਹੈ ਸੀ ਉਹਨਾਂ ਦਾ ਫਲਾਈਟ ਉਹਦੇ ਮੁਤਾਬਿਕ ਚਲੀ ਜਾਂਦੀ ਤੇ ਪਾਕਿਸਤਾਨ ਮੁੰਡਿਆਂ ਨੂੰ ਥੋੜਾ ਰੈਸਟ ਕਰਨ ਦਾ ਵੀ ਮੌਕਾ ਮਿਲ ਜਾਣਾ ਸੀ। ਪਹਿਲੇ ਆਸਟ੍ਰੇਲੀਆ ਨਾਲ ਇਹਨਾਂ ਦਾ ਮੈਚ ਸੀ, ਪ੍ਰੈਕਟਿਸ ਮੈਚ ਰੱਖਿਆ ਗਿਆ ਸੀ ਜਿਹੜਾ 6 ਤਾਰੀਖ ਨੂੰ ਹੋਣਾ ਸੀ, ਉਹਦੇ ਵੀ ਹੋਣੀ ਯਾਨੀ ਕਿ ਡੇਟ ਉਹਨਾਂ ਨੇ 8 ਤਾਰੀਖ ਰਖਵਾ ਦਿੱਤੀ ਹੈਗੀ ਹੈ ਤਾਂ ਕਿ ਜਦੋਂ ਪਾਕਿਸਤਾਨੀ ਟੀਮ 6 ਤਾਰੀਖ ਨੂੰ ਉੱਥੇ ਪਹੁੰਚੇ ਤੇ 1-2 ਦਿਨ ਉਹ ਰੈਸਟ ਮਿਲੇ ਕਰ ਸਕਣ, ਕਿਉਂਕਿ ਲੰਬਾ ਸਫ਼ਰ ਆਸਟ੍ਰੇਲੀਆ ਦਾ। ਫਿਰ ਉੱਥੋਂ ਸਾਡੇ ਵਾਸਤੇ ਦੂਸਰਾ ਮਰਲਾ ਜਿਹੜਾ ਹੈਗਾ ਬਹੁਤ ਹੀ ਅਹਿਮ ਹੈਗਾ, ਕਿਉਂਕਿ ਅਸੀਂ ਪਹਿਲੇ ਮਰਲੇ 'ਚ ਬਿਲਕੁਲ ਨਾਕਾਮ ਰਹੇ ਸੀ। ਅਰਜਨਟੀਨਾ ਕੋਲ 2-2 ਵਾਰੀ ਹਾਰੇ ਆ, ਹਾਲੈਂਡ ਕੋਲ 2 ਮੈਚ ਅਸੀਂ ਹਾਰੇ, 4 ਮੈਚ ਅਸੀਂ ਹਾਰ ਚੁੱਕੇ, 4 ਮੈਚ ਅਸੀਂ ਇੱਥੇ ਖੇਡਣੇ ਨੇ। 10 ਫਰਵਰੀ ਤੋਂ ਲੈ ਕੇ 14 ਫਰਵਰੀ ਤੱਕ ਆਸਟ੍ਰੇਲੀਆ ਤੇ ਜਰਮਨੀ ਦੇ ਨਾਲ ਹੋਬਾਰਟ ਦੇ ਸ਼ਹਿਰ ਵਿੱਚ ਉੱਥੇ, ਕਿਉਂਕਿ ਮੌਸਮ ਵੀ ਬੜਾ ਗਰਮ ਹੈਗਾ, ਇੱਥੇ ਠੰਡੇ ਇਲਾਕੇ 'ਚ ਮੁੰਡੇ ਜਾ ਰਹੇ ਨੇ ਤੇ ਉਮੀਦ ਹੀ ਕੀਤੀ ਜਾ ਸਕਦੀ ਹੈ ਕਿ ਪਾਕਿਸਤਾਨੀ ਟੀਮ ਉੱਥੇ ਅੱਛਾ ਪਰਫਾਰਮ ਕਰੇ, ਕਿਉਂਕਿ ਅਗਰ ਪਾਕਿਸਤਾਨੀ ਟੀਮ ਜਿੱਤ ਨਹੀਂ ਸਕਦੀ ਤੇ ਕਮ ਸੇ ਕਮ ਕੋਈ ਮੈਚ ਇੱਕ ਅੱਧਾ ਮੈਚ ਡਰਾਈ ਕਰ ਲਵੇ ਤਾਂ ਸਾਡੇ ਬੜਾ ਇੱਕ ਇਜਾਜ਼ ਹੋਏਗਾ ਪਾਕਿਸਤਾਨੀ ਟੀਮ ਦੇ ਵਾਸਤੇ, ਤੇ ਸਾਨੂੰ ਇੱਕ ਅੱਧਾ ਪੁਆਇੰਟ ਉਹਦੇ 'ਚ ਮਿਲ ਜਾਏਗਾ ਪ੍ਰੋ ਲੀਗ ਦੇ ਵਾਸਤੇ। ਤੇ ਉਸ ਤੋਂ ਬਾਅਦ ਠੀਕ ਹੈ ਪਾਕਿਸਤਾਨ ਦੀ ਟੀਮ ਜਿਹੜਾ ਮੇਨ ਟਾਰਗੇਟ ਹੈ ਨਾ ਪ੍ਰੋ ਲੀਗ ਤੋਂ ਜ਼ਿਆਦਾ ਉਹ ਵੱਡਾ ਹੈ ਟਾਰਗੇਟ ਹੈਗਾ ਵਰਲਡ ਕੱਪ ਕੁਆਲੀਫਾਈਂਗ ਰਾਊਂਡ ਜਿਹੜਾ ਮਿਸਰ ਵਿੱਚ ਹੋ ਰਿਹਾ 1 ਮਾਰਚ ਤੋਂ ਲੈ ਕੇ 7 ਮਾਰਚ ਤੱਕ। ਉਹਦੇ 'ਚ 3 ਟੀਮਾਂ ਨੇ ਵਰਲਡ ਕੱਪ ਲਈ ਕੁਆਲੀਫਾਈ ਕਰਨਾ ਹੈਗਾ ਤੇ ਪਾਕਿਸਤਾਨ ਦੇ ਮੇਰੇ ਖਿਆਲ ਬਹੁਤ ਅੱਛੇ ਚਾਂਸ ਨੇ। ਪਾਕਿਸਤਾਨ ਨੂੰ ਸਿਰਫ ਇੰਗਲੈਂਡ ਤੇ ਮਲੇਸ਼ੀਆ ਨੂੰ ਹਰਾਣਾ ਹੋਏਗਾ ਤੇ ਪਾਕਿਸਤਾਨੀ ਟੀਮ ਤੀਜੇ ਨੰਬਰ ਤੇ ਆ ਕੇ ਕੁਆਲੀਫਾਈ ਕਰ ਸਕਦੀ ਹੈਗੀ ਹੈ। 2018 'ਚ ਅਸੀਂ ਆਖਰੀ ਵਾਰ ਵਰਲਡ ਕੱਪ ਖੇਡਿਆ ਸੀ ਤੇ ਉਸ ਤੋਂ ਬਾਅਦ ਹੁਣ ਦੇਖ ਲਓ ਕਿੰਨੇ ਵਰੇ ਹੋ ਗਏ ਨੇ, ਪਾਕਿਸਤਾਨੀ ਟੀਮ ਬਾਹਰ ਹੀ ਹੈਗੀ ਹਰ ਈਵੈਂਟ ਵਿੱਚੋਂ, ਜਿਹੜਾ ਵੀ ਵੱਡੇ ਈਵੈਂਟ ਹੋ ਰਹੇ ਨੇ। ਤੇ ਹੁਣ ਅਗਰ ਅੱਲਾਹ ਕਰੇ ਕਿ ਪਾਕਿਸਤਾਨੀ ਟੀਮ, ਕਿਉਂਕਿ ਸਾਡਾ ਕੌਮੀ ਖੇਡ ਹੈਗਾ, ਸਾਰੇ ਨਾਲ ਪਿਆਰ ਕਰਦੇ ਨੇ ਤੇ ਸਾਰੇ ਚਾਹੁੰਦੇ ਨੇ ਕਿ ਪਾਕਿਸਤਾਨ ਟੀਮ ਵਰਲਡ ਕੱਪ 'ਚ ਕੁਆਲੀਫਾਈ ਕਰੇ। ਤੇ ਅਗਰ ਪ੍ਰੋ ਲੀਗ 'ਚ ਪਾਕਿਸਤਾਨੀ ਟੀਮ ਆਪਣੇ ਆਪ ਨੂੰ ਇੱਕ ਅੱਧਾ ਕੋਈ ਮੈਚ ਜਿੱਤਣ 'ਚ ਕਾਮਯਾਬ ਹੋ ਜਾਵੇ, 1-2 ਮੈਚ ਬਰਾਬਰ ਕਰ ਜਾਵੇ ਤਾਂ ਫਿਰ ਪਾਕਿਸਤਾਨ ਓਲੰਪਿਕਸ ਲਈ ਵੀ ਕੁਆਲੀਫਾਈ ਕਰ ਜਾਵੇਗਾ। ਬਿਲਕੁਲ ਸਾਡੀ ਵੀ ਇਹ ਦੁਆ ਹੈ ਜਿੱਤ ਲੱਭੇ ਜਾਂ ਨਾ ਲੱਭੇ, ਘੱਟ ਤੋਂ ਘੱਟ ਫਾਈਟ ਹੋਣਾ ਚਾਹੀਦੀ, ਇੱਕ ਇੰਟੈਂਟ ਨਜ਼ਰ ਆਉਣੀ ਚਾਹੀਦੀ ਤੇ ਸਾਡੀ ਇਹ ਦੁਆ ਹੈ ਕਿ ਹਾਕੀ ਤਰੱਕੀ ਕਰਦੇ ਰਹੇ। ਤੇ ਯੂਸਫ ਸਾਹਿਬ ਤੁਹਾਡੇ ਟਾਈਮ ਦਾ ਬਹੁਤ ਬਹੁਤ ਸ਼ੁਕਰੀਆ।